इतिहास ਦੇ ਝਰੋਖੇ ਚੋਂ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਤੁਹਾਡੀ ਦੋਸਤ ਇਕਨੂਰ ਹਾਜ਼ਰ ਹਾਂ 17 ਅਗਸਤ ਦੇ ਇਤਿਹਾਸ ਨੂੰ ਲੈ ਕੇ। 1947 ਨੂੰ ਅੱਜ ਦੇ ਦਿਨ ਹੀ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਰੈੱਡ ਕਲਿਫ ਰੇਖਾ ਬਣਾਈ ਗਈ ਸੀ। ਤੁਹਾਨੂੰ ਦੱਸ ਦਈਏ, ਭਾਰਤ ਵੰਡ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਰੈੱਡ ਕਲਿਫ ਰੇਖਾ ਦਾ ਨਿਰਮਾਣ ਕੀਤਾ ਗਿਆ ਸੀ। ਸਰ ਸਿਰਿਲ ਰੈਡਕਲਿਫ ਦੀ ਪ੍ਰਧਾਨਗੀ ਦੇ ਵਿੱਚ ਇੱਕ ਸੀਮਾ ਆਯੋਗ ਬਣਾਇਆ ਗਿਆ ਸੀ ਤੇ ਉਸ ਦੀ ਪ੍ਰਧਾਨਗੀ ਦੇ ਵਿੱਚ ਇਸ ਰੇਖਾ ਦਾ ਨਿਰਧਾਰਨ ਕੀਤਾ ਗਿਆ ਸੀ ਤੇ 17 ਅਗਸਤ 1947 ਦਾ ਹੀ ਦਿਨ ਸੀ ਜਦੋਂ ਰੈੱਡ ਕਲਿਫ ਰੇਖਾ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਭੂਗੋਲਿਕ ਖੇਤਰ ਦੇ ਵਿੱਚ ਖਿੱਚੀ ਗਈ ਸੀ। 1916 ਨੂੰ ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਅੰਮ੍ਰਿਤ ਲਾਲ ਨਾਗਰ ਦਾ ਜਨਮ ਹੋਇਆ ਸੀ। 1930 ਨੂੰ ਅੰਗਰੇਜ਼ੀ ਕਵੀ ਅਤੇ ਬਾਲ ਲੇਖਕ ਟੈਡ ਹਿਊਜ਼ ਅੱਜ ਦੇ ਦਿਨ ਹੀ ਜਨਮੇ ਸਨ। 1956 ਨੂੰ ਭਾਰਤੀ ਵਿਗਿਆਨੀ, ਉਰਦੂ ਕਵੀ, ਸਮਾਜਿਕ ਕਾਰਕੁਨ ਗੌਹਰ ਰਜ਼ਾ ਦਾ ਜਨਮ ਹੋਇਆ ਸੀ। ਤੁਹਾਨੂੰ ਦੱਸ ਦਈਏ, ਗੌਹਰ ਰਜ਼ਾ ਪੇਸ਼ੇ ਤੋਂ ਭਾਰਤੀ ਵਿਗਿਆਨਿਕ ਨੇ। ਇਸ ਤੋਂ ਇਲਾਵਾ ਉਰਦੂ ਕਵੀ, ਸਮਾਜਿਕ ਕਾਰਕੁਨ ਤੇ ਡਾਕੂਮੈਂਟਰੀ ਫਿਲਮ ਮੇਕਰ ਵੀ ਨੇ। ਉਹਨਾਂ ਦੀਆਂ ਡਾਕੂਮੈਂਟਰੀ ਫਿਲਮਾਂ ਜੰਗੇ ਆਜ਼ਾਦੀ ਅਤੇ ਇਨਕਲਾਬ ਲੋਕਾਂ ਵਿੱਚ ਕਾਫੀ ਲੋਕਪ੍ਰਿਯ ਹੋਈਆਂ। 1909 ਨੂੰ ਭਾਰਤੀ ਆਜ਼ਾਦੀ ਘੁਲਾਟੀਆ ਮਦਨ ਲਾਲ ਢੀਂਗਰਾ ਅੱਜ ਦੇ ਦਿਨ ਹੀ ਸ਼ਹੀਦ ਹੋਏ ਸਨ। ਤੁਹਾਨੂੰ ਦੱਸ ਦਈਏ, ਮਦਨ ਲਾਲ ਢੀਂਗਰਾ ਭਾਰਤੀ ਸੁਤੰਤਰਤਾ ਸੰਗਰਾਮ ਦੇ ਪ੍ਰਮੁੱਖ ਕ੍ਰਾਂਤੀਕਾਰੀ ਰਹੇ ਨੇ। ਭਾਰਤੀ ਸੁਤੰਤਰਤਾ ਦੀ ਚਿੰਗਾਰੀ ਨੂੰ ਅੱਗ ਵਿੱਚ ਬਦਲਣ ਦਾ ਸਿਹਰਾ ਮਹਾਨ ਸ਼ਹੀਦ ਮਦਨ ਲਾਲ ਢੀਂਗਰਾ ਦੇ ਸਿਰ ਹੀ ਵੱਜਦਾ ਹੈ। ਭਾਵੇਂ ਕਿ ਮਦਨ ਲਾਲ ਢੀਂਗਰਾ ਦੇ ਪਰਿਵਾਰ ਵਿੱਚ ਰਾਸ਼ਟਰ ਭਗਤੀ ਦੀ ਕੋਈ ਵੀ ਪਰੰਪਰਾ ਨਹੀਂ ਸੀ, ਪਰ ਇਹਨਾਂ ਨੇ ਆਪਣੇ ਆਪ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਲਿਆ ਸੀ। ਇਹ ਇੰਗਲੈਂਡ ਵਿੱਚ ਸਿੱਖਿਆ ਹਾਸਲ ਕਰ ਰਹੇ ਸਨ ਜਦੋਂ ਇਹਨਾਂ ਨੇ ਉੱਥੋਂ ਦੇ ਵਿਲੀਅਮ ਹਟ ਕਰਜ਼ਨ ਵਾਇਲੀ, ਜੋ ਇੱਕ ਬ੍ਰਿਟਿਸ਼ ਅਧਿਕਾਰੀ ਸਨ, ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮਦਨ ਲਾਲ ਢੀਂਗਰਾ ਦਾ ਜਨਮ 18 ਸਤੰਬਰ 1883 ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਇਆ ਸੀ। ਮਦਨ ਲਾਲ ਨੂੰ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਨ ਦੇ ਲਈ ਪਹਿਲਾਂ ਕਲਰਕ ਦੀ ਨੌਕਰੀ ਕਰਨੀ ਪਈ, ਫਿਰ ਇਹਨਾਂ ਨੇ ਤਾਂਗਾ ਚਲਾਇਆ ਤੇ ਉਸ ਤੋਂ ਬਾਅਦ ਇੱਕ ਕਾਰਖਾਨੇ ਵਿੱਚ ਮਜ਼ਦੂਰ ਦਾ ਕੰਮ ਵੀ ਕਰਨਾ ਪਿਆ ਸੀ। ਕਾਰਖਾਨੇ ਵਿੱਚ ਮਜ਼ਦੂਰਾਂ ਦੀ ਦਸ਼ਾ ਨੂੰ ਸੁਧਾਰਨ ਲਈ ਇਹਨਾਂ ਨੇ ਯੂਨੀਅਨ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਉਸ ਤੋਂ ਬਾਅਦ ਇਹ ਉੱਥੋਂ ਚਲੇ ਗਏ ਤੇ ਮੁੰਬਈ ਦੇ ਵਿੱਚ ਆ ਗਏ। ਫਿਰ ਇੱਥੋਂ ਇਹ ਲੰਡਨ ਗਏ ਤੇ ਉੱਥੇ ਉਚੇਰੀ ਸਿੱਖਿਆ ਹਾਸਲ ਕਰਨ ਲੱਗੇ। ਲੰਡਨ ਵਿੱਚ ਰਹਿੰਦੇ ਹੋਏ ਇਹ ਕਈ ਕ੍ਰਾਂਤੀਕਾਰੀਆਂ ਦੇ ਸੰਪਰਕ ਵਿੱਚ ਆਏ ਤੇ ਇਹਨਾਂ ਨੇ ਇੱਥੇ ਹੀ ਸਰ ਵਿਲੀਅਮ ਹਟ ਕਰਜ਼ਨ ਵਾਇਲੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਹੱਤਿਆ ਨੂੰ ਕਰਨ ਤੋਂ ਬਾਅਦ ਮਦਨ ਲਾਲ ਢੀਂਗਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਇਹਨਾਂ ਨੂੰ ਮ੍ਰਿਤੂ ਦੰਡ ਦਾ ਆਦੇਸ਼ ਦਿੱਤਾ ਗਿਆ ਸੀ। ਤੇ ਅੱਜ ਦਾ ਦਿਨ ਹੀ ਸੀ ਜਦੋਂ ਲੰਡਨ ਦੀ ਪੈਂਟਵਿਲੇ ਜੇਲ੍ਹ ਵਿੱਚ ਇਹਨਾਂ ਨੂੰ ਫਾਂਸੀ ਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਮਦਨ ਲਾਲ ਭਾਵੇਂ ਸਾਡੇ ਦਰਮਿਆਨ ਨਹੀਂ ਹਨ, ਪਰ ਉਹਨਾਂ ਦੇ ਕ੍ਰਾਂਤੀਕਾਰੀ ਜਜ਼ਬੇ ਨੇ ਉਹਨਾਂ ਨੂੰ ਹਮੇਸ਼ਾ ਦੇ ਲਈ ਅਮਰ ਕਰ ਦਿੱਤਾ। 2007 ਨੂੰ ਅੱਜ ਦੇ ਦਿਨ ਹੀ ਇੰਡੀਅਨ ਮਾਊਂਟਨ ਮੈਨ ਦਸ਼ਰਥ ਮਾਂਝੀ ਦਾ ਦੇਹਾਂਤ ਹੋਇਆ ਸੀ। 2014 ਨੂੰ ਪੰਜਾਬ ਦੇ ਸੂਫੀ ਗਾਇਕ ਬਰਕਤ ਸਿੱਧੂ ਅੱਜ ਦੇ ਦਿਨ ਹੀ ਸਦੀਵੀ ਵਿਛੋੜਾ ਦੇ ਗਏ ਸਨ। ਤੁਹਾਨੂੰ ਦੱਸ ਦਈਏ ਕਿ ਬਰਕਤ ਸਿੱਧੂ ਸੂਫੀ ਗਾਇਕ ਰਹੇ ਨੇ ਤੇ ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਸੰਬੰਧ ਰੱਖਦੇ ਸਨ। ਆਪਣੀ ਸੂਫੀ ਗਾਇਕੀ ਦੇ ਕਾਰਨ ਉਹਨਾਂ ਨੇ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਵਿਲੱਖਣ ਥਾਂ ਬਣਾਈ ਸੀ ਤੇ ਅੱਜ ਦੇ ਦਿਨ 2014 ਨੂੰ ਲੁਧਿਆਣੇ ਦੇ ਹਸਪੀਟਲ ਦੇ ਵਿੱਚ ਕੈਂਸਰ ਦੇ ਕਾਰਨ ਇਹ ਹਮੇਸ਼ਾ ਦੇ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। 1978 ਨੂੰ 3 ਅਮਰੀਕੀਆਂ ਨੇ ਹੌਟ ਏਅਰ ਬੈਲੂਨ ਦੇ ਰਾਹੀਂ ਅਟਲਾਂਟਿਕ ਮਹਾਸਾਗਰ ਨੂੰ ਪਾਰ ਕੀਤਾ ਸੀ। ਬੇਨ ਅਬਰੂਜ਼ੋ, ਲੈਰੀ ਨਿਊਮੈਨ ਅਤੇ ਮੈਕਸ ਐਂਡਰਸਨ ਨੇ ਅਟਲਾਂਟਿਕ ਮਹਾਸਾਗਰ ਨੂੰ 6 ਦਿਨਾਂ ਦੇ ਵਿੱਚ ਪਾਰ ਕੀਤਾ ਸੀ। 1987 ਨੂੰ ਹਿਟਲਰ ਦੇ ਕਰੀਬੀ ਰੁਡੋਲਫ ਹੇਸ ਜੇਲ੍ਹ ਵਿੱਚ ਮ੍ਰਿਤ ਪਾਏ ਗਏ ਸਨ। ਤੁਹਾਨੂੰ ਦੱਸ ਦਈਏ ਕਿ ਪੱਛਮੀ ਬਰਲਿਨ ਦੇ ਸਪੈਨਡਾਊ ਜੇਲ੍ਹ ਵਿੱਚ 93 ਸਾਲਾ ਹੇਸ ਦੀ ਲਾਸ਼ ਬਰਾਮਦ ਹੋਈ ਸੀ। 1999 ਨੂੰ ਤੁਰਕੀ ਦੇ ਵਿੱਚ ਜ਼ੋਰਦਾਰ ਭੂਚਾਲ ਆਇਆ ਸੀ, ਜਿਸ ਕਾਰਨ ਘੱਟੋ ਘੱਟ 1000 ਲੋਕਾਂ ਦੀ ਜਾਨ ਚਲੀ ਗਈ ਸੀ। ਤੁਹਾਨੂੰ ਦੱਸ ਦਈਏ, 17 ਅਗਸਤ ਨੂੰ ਆਏ ਇਸ ਭੂਚਾਲ ਦੀ ਰਿਕਟਰ ਸਕੇਲ ਤੇ ਤੀਬਰਤਾ 6.7 ਸੀ। 1836 ਨੂੰ ਬ੍ਰਿਟੇਨ ਦੀ ਸੰਸਦ ਵਿੱਚ ਜਨਮ, ਵਿਆਹ ਅਤੇ ਮੌਤ ਨਾਲ ਸੰਬੰਧਿਤ ਪੰਜੀਕਰਨ ਨੂੰ ਸਵੀਕਾਰ ਕਰ ਲਿਆ ਗਿਆ ਸੀ।
1858 ਨੂੰ ਹਵਾਈ द्वीप ਵਿੱਚ ਪਹਿਲਾ ਬੈਂਕ ਖੋਲ੍ਹਿਆ ਗਿਆ ਸੀ। 1982 ਨੂੰ ਜਰਮਨੀ ਵਿੱਚ ਪਹਿਲੀ CD ਲੋਕਾਂ ਦੇ ਲਈ ਪੇਸ਼ ਕੀਤੀ ਗਈ ਸੀ। 1988 ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਜ਼ਿਆ ਉਲ ਹਕ ਅਤੇ ਅਮਰੀਕਾ ਦੇ ਰਾਜਦੂਤ ਅਰਨਾਲਡ ਰਾਫੇਲ ਦੀ ਵਿਮਾਨ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਸੀ। 2002 ਨੂੰ ਰੂਸ ਨੇ ਦਲਾਈ ਲਾਮਾ ਨੂੰ ਆਪਣੇ ਦੇਸ਼ ਵਿੱਚ ਦੌਰੇ ਦੇ ਲਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 2005 ਨੂੰ ਪੂਰਾ ਬੰਗਲਾਦੇਸ਼ ਬੰਬ ਧਮਾਕਿਆਂ ਦੇ ਨਾਲ ਦਹਿਲ ਗਿਆ ਸੀ। ਤੁਹਾਨੂੰ ਦੱਸ ਦਈਏ ਕਿ 17 ਅਗਸਤ 2005 ਨੂੰ ਬੰਗਲਾਦੇਸ਼ ਦੇ 64 ਜ਼ਿਲ੍ਹਿਆਂ ਵਿੱਚੋਂ 63 ਜ਼ਿਲ੍ਹਿਆਂ ਵਿੱਚ 300 ਸਥਾਨਾਂ ਤੇ ਤਕਰੀਬਨ 400 ਬੰਬ ਵਿਸਫੋਟ ਹੋਏ ਸੀ। ਬੰਬ ਵਿਸਫੋਟਾਂ ਦੀ ਸ਼ੁਰੂਆਤ 11:30 ਵਜੇ ਹੋਣੀ ਸ਼ੁਰੂ ਹੋ ਗਈ ਸੀ ਤੇ ਅੱਧਾ ਘੰਟਾ ਬੰਬ ਵਿਸਫੋਟ ਚੱਲਦੇ ਹੀ ਰਹੇ ਸਨ। 2008 ਵਿੱਚ ਅਮਰੀਕਾ ਦੇ ਮਹਾਨ ਤੈਰਾਕ ਮਾਈਕਲ ਫੈਲਪਸ ਨੇ ਪੇਚਿੰਗ ਓਲੰਪਿਕ ਖੇਡਾਂ ਵਿੱਚ ਤੈਰਾਕੀ ਕੀਤੀ ਸੀ ਤੇ 8 ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ ਸੀ। 1859 ਨੂੰ ਇੱਕ ਗਰਮ ਹਵਾ ਦੇ ਗੁਬਾਰੇ ਦੇ ਜ਼ਰੀਏ ਪਹਿਲੀ ਵਾਰ ਚਿੱਠੀਆਂ ਕਿਸੇ ਦੂਸਰੇ ਜਗ੍ਹਾ ਤੇ ਭੇਜੀਆਂ ਗਈਆਂ ਸਨ। ਤੁਹਾਨੂੰ ਦੱਸ ਦਈਏ ਕਿ ਇਸ ਹੌਟ 에ਅਰ ਬੈਲੂਨ ਦੇ ਵਿੱਚ 123 ਚਿੱਠੀਆਂ ਨੂੰ ਤੇ 23 ਸਰਕੂਲਰ ਨੂੰ ਦੂਸਰੇ ਸਥਾਨ ਤੇ ਭੇਜਿਆ ਗਿਆ ਸੀ। 1869 ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਬੋਟ ਰੇਸ ਲੰਡਨ ਦੀ ਟੇਮਜ਼ ਨਦੀ ਵਿੱਚ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਆਕਸਫੋਰਡ ਨੇ ਹਾਰਵਰਡ ਨੂੰ ਹਰਾਇਆ ਸੀ। 1908 ਨੂੰ ਅੱਜ ਦੇ ਦਿਨ ਹੀ ਐਨੀਮੇਟਡ ਫਿਲਮ ਦਾ ਨਿਰਮਾਣ ਹੋਇਆ ਸੀ। ਇਹ ਸੀ ਅੱਜ ਦਾ ਇਤਿਹਾਸ। 18 ਅਗਸਤ ਦੇ ਇਤਿਹਾਸਿਕ ਪੰਨੇ ਨੂੰ ਤੁਹਾਡੇ ਨਾਲ ਸਾਂਝਾ ਕਰਨ ਲਈ ਮੈਂ ਫਿਰ ਤੋਂ ਹਾਜ਼ਰ ਹੋਵਾਂਗੀ। ਉਨੀ ਦੇਰ ਤੱਕ ਆਪਣੀ ਦੋਸਤ ਇਕਨੂਰ ਨੂੰ ਦਿਓ ਇਜਾਜ਼ਤ। ਧੰਨਵਾਦ।